ਤੁਸੀਂ ਮੰਨ ਰਹੇ ਹੋ ਕਿ 700 ਕਿਸਾਨ ਸ਼ਹੀਦ ਹੋ ਗਏ, ਪਰ ਸੈਂਟਰ ਦੇ ਵਾਲੇ ਤਾਂ ਮੰਨ ਹੀ ਨਹੀਂ ਰਹੇ। ਉਹ ਤਾਂ ਕਹਿ ਰਹੇ ਕਿ ਸਾਡੇ ਕੋਲੇ ਰਿਕਾਰਡ ਹੀ ਹੈ ਨਹੀਂ ਕਿ ਕੌਣ ਸ਼ਹੀਦ ਹੋਇਆ। ਉਹਨਾਂ ਨੂੰ ਮਜਬੂਰੀ ਦੇ ਵਿੱਚ ਲੈ ਕੇ ਜਾਇਆ ਗਿਆ, ਉਹਨਾਂ ਦੀ ਆਪਸ਼ਨ ਰੱਖੀ ਗਈ ਸੀ, ਉਹਦੇ ਅੱਗੇ ਸਿਰਫ ਜਾਂ ਜੇਲ੍ਹ ਤੇ ਜਾਂ ਬੀਜੇਪੀ। ਜਿਹੜਾ 4.5 ਸਾਲ ਕੋਈ ਸਰਕਾਰਾਂ ਕੰਮ ਨਹੀਂ ਕਰਦੀਆਂ, ਇਹ ਵੀ ਐਮਐਲਏ ਤੇ ਮਿਨਿਸਟਰਾਂ ਦੀਆਂ ਗਲਤੀਆਂ ਨੇ। ਅਸੀਂ ਹੰਸਰਾਜ ਹੰਸ ਜੀ ਨੂੰ ਖੜਾ ਕੀਤਾ ਸੀ ਜੀ, 1 ਸਾਲ ਪੂਰਾ ਅਸੀਂ ਫੀਲਡ 'ਚ ਲੈ ਕੇ ਗਏ ਸੀ ਤੇ ਵੋਟਾਂ ਪੈਣ ਲੱਗਿਆ ਅਸੀਂ ਹਾਰ ਗਏ ਸੀ। ਗਰੰਟੀ ਯਾਰ, ਗਰੰਟੀ ਤਾਂ ਹੀ ਹੈ ਜੇ ਕੁਝ ਬਣੇਗਾ ਉਹਨਾਂ ਦਾ ਜੀ। ਜੇ ਬਣੇਗਾ ਨਹੀਂ ਤੇ ਗਰੰਟੀ ਕਾਹਦੀ। ਅੱਜ ਮੇਰੀ ਜੇਬ 'ਚ ਪੈਸੇ ਹੈ ਨਹੀਂ ਭਾਈ ਸਾਹਿਬ, ਮੈਂ ਕਹਾਂ ਮੈਂ ਉਹ ਵੀ ਚੀਜ਼ ਲੈਣੀ ਹੈ, ਮੈਂ ਉਹ ਵੀ ਚੀਜ਼ ਦੇਣੀ ਹੈ, ਮੈਂ ਵੀ ਕਰਨਾ। ਠੁੰਡ ਗੋਪਾਲ ਹੋਏਗਾ, ਪਤਾ ਨਹੀਂ ਲੱਗਦਾ, ਕੁਝ ਵੀ ਨਹੀਂ ਹੋਏਗਾ। ਜਿਵੇਂ ਜਿਵੇਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ। ਚੋਣਾਂ ਤੋਂ ਪਹਿਲਾਂ ਅਕਸਰ ਹੀ ਦੇਖਦੇ ਹਾਂ ਕਈ ਲੀਡਰ ਅਜਿਹੇ ਜਿਹੜੇ ਆਪਣੀ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਚਲੇ ਜਾਂਦੇ ਨੇ। ਤੇ ਇਸ ਤਰ੍ਹਾਂ ਦੇ ਨਾਲ ਹੀ ਅੱਜ ਸਾਡੇ ਨਾਲ ਸਰਬਜੀਤ ਸਿੰਘ ਮੱਕੜ ਜੀ ਹਾਜ਼ਰ ਨੇ। ਸਿਆਸੀ ਮੁਲਾਕਾਤ ਦੇ ਵਿੱਚ ਗੱਲਬਾਤ ਕਰਾਂਗੇ ਸਰਬਜੀਤ ਸਿੰਘ ਮੱਕੜ ਜੀ ਨਾਲ। ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਜੀ ਆਇਆਂ ਨੂੰ ਜੀ। ਮੱਕੜ ਸਾਹਿਬ, ਸਭ ਤੋਂ ਪਹਿਲਾ ਸਵਾਲ, ਅਕਾਲੀ ਦਲ ਵਿੱਚ ਤੁਸੀਂ ਲੰਮਾ ਸਮਾਂ ਬਿਤਾਇਆ, ਅੱਜ ਵੀ ਅਸੀਂ ਤੁਹਾਡਾ ਦਫ਼ਤਰ ਦੇਖਿਆ, ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਲੱਗੀਆਂ, ਸੁਖਬੀਰ ਸਿੰਘ ਬਾਦਲ ਜੀ ਦੀਆਂ ਫੋਟੋਆਂ ਲੱਗੀਆਂ ਤੇ ਹੋਰ ਕਈ ਜਿਹੜੇ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਤੁਹਾਡੀਆਂ ਫੋਟੋਆਂ ਦੇਖੀਆਂ। ਅੱਜ ਵੀ ਤੁਸੀਂ ਉਹਨਾਂ ਨੂੰ ਉਤਾਰਿਆ ਨਹੀਂ। ਉਹ ਅਕਾਲੀ ਦਲ ਦੇ ਵਿੱਚ ਬਿਤਾਇਆ ਸਮਾਂ, ਬੜਾ ਲੰਮਾ ਸਮਾਂ ਤੁਸੀਂ ਉੱਥੇ ਬਿਤਾਇਆ। ਹੁਣ ਬੀਜੇਪੀ ਨੂੰ ਕਿਉਂ ਜੁਆਇਨ ਕੀਤਾ, ਉਸ ਦੇ ਪਿੱਛੇ ਕੀ ਕਾਰਨ ਰਿਹਾ ਤੇ ਅਕਾਲੀ ਦਲ ਤੋਂ ਕੀ ਕੋਈ ਨਾਰਾਜ਼ਗੀ ਸੀ ਜਿਹੜੀ ਉਹਨਾਂ ਨੂੰ ਛੱਡਣਾ ਪਿਆ? ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਡਿਸਪਲਿਨ ਨਹੀਂ ਸੀ ਰਿਹਾ। ਉੱਥੇ ਉਸ ਬੰਦੇ ਦੀ ਯੈਸ ਆ ਜਿਹੜਾ ਬੰਦਾ ਚਮਚਾਗਿਰੀ ਕਰੇ। ਜੀ, ਅਸੀਂ ਸੀ ਪਰਿਵਾਰ ਦੇ ਮੈਂਬਰ, ਬਿਨਾਂ ਕਿਸੇ ਅਹੁਦੇ ਦੇ, ਬਿਨਾਂ ਕਿਸੇ ਗੱਲ ਦੇ ਅਸੀਂ ਕੰਮ ਸ਼ੁਰੂ ਕੀਤਾ ਸੀ। ਜਿਵੇਂ ਹੁਣ ਮੈਂ ਬੀਜੇਪੀ 'ਚ ਆਇਆ, ਇਸੇ ਤਰੀਕੇ ਨਾਲ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਦੇ ਬਾਦਲ ਸਾਹਿਬ ਦੇ ਨਾਲ ਤੁਰਿਆ ਸੀ। ਸਾਡੇ ਪਿਤਾ ਸਨਮਾਨ ਨੇ, ਪਰ ਲੇਕਿਨ ਜਦੋਂ ਦੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਏ ਜਾਂ ਮਜੀਠੀਆ ਸਾਹਿਬ ਆਏ, ਥੋੜਾ ਜਿਹਾ ਹੋਂਦ 'ਚ ਫਰਕ ਪੈ ਗਿਆ। ਜਦੋਂ ਚੰਗੇ ਦਿਨ ਵੇਖੇ ਹੋਣ ਤੇ ਮਾੜੇ ਦਿਨ ਨਹੀਂ ਦੇਖੇ ਜਾਂਦੇ। ਮੇਰੇ ਕਹਿਣ ਦਾ ਮਕਸਦ ਇਹ ਵੀ ਜਿਹੜਾ ਬੰਦਾ ਚੀਫ ਮਿਨਿਸਟਰ ਸਾਹਿਬ ਦਾ ਸਾਥੀ ਹੋਵੇ, ਉਹਦੇ ਕੋਲ ਨਾ ਵੀ ਅਹੁਦਾ ਹੋਵੇ ਤੇ ਉਹ ਦੁਨੀਆ ਨੂੰ ਕੰਮ ਦੇ ਸਕਦਾ। ਸਾਨੂੰ ਉਸ ਸਟੈਂਡਰਡ ਤੇ ਕੰਮ ਕਰਨਾ ਪ੍ਰਵਾਨ ਸੀ। ਟਾਈਮ ਸਾਡਾ ਬੜਾ ਕੀਮਤੀ ਹੈ। ਇੱਕੋ ਹੀ ਵਿਸ਼ਵਾਸ ਹੈ ਕਿ ਜੇ ਕਿਸੇ ਵੋਟਰ ਸਪੋਰਟਰ ਨੇ ਆਉਣਾ ਹੈ, ਲੀਡਰ ਨੇ ਆਉਣਾ ਹੈ, ਤੇ ਅਸੀਂ ਉਹਦਾ ਕੰਮ ਕਰਵਾ ਕੇ ਦੇਣਾ ਜੀ। ਅਸੀਂ ਉਹਦੇ ਮਗਰ ਜਾਣਾ ਹੈ, ਭਾਵੇਂ ਕਿਸੇ ਤਰ੍ਹਾਂ ਦੀ ਵੀ ਗੱਲ ਹੋਵੇ, ਅਸੀਂ ਪਿੱਛੇ ਨਹੀਂ ਹਟਣਾ। ਸਾਡਾ ਬੜਾ ਵਧੀਆ ਸਮਾਂ ਲੰਘਿਆ, ਪਰ ਲੇਕਿਨ ਹੁਣ ਨੀਤੀ ਪਸੰਦ ਨਹੀਂ ਸੀ, ਵਰਕਿੰਗ ਪਸੰਦ ਨਹੀਂ ਸੀ। ਸੁਖਬੀਰ ਜੀ ਬੜੀ ਮਿਹਨਤ ਕਰਦੇ ਨੇ, ਮੈਂ ਨਹੀਂ ਕਹਿੰਦਾ ਕੋਈ ਬੁਰੇ ਨੇ, ਪਰ ਨਾ ਸਾਡੀ ਹੋਂਦ, ਜਿਵੇਂ ਮੈਂ ਪਾਰਟੀ ਦਾ ਜਨਰਲ ਸਕੱਤਰ ਹਾਂ ਜੀ, ਤੇ ਜਿਹੜੀ ਹੋਂਦ ਸੀ ਉਹ 'ਚ ਕੋਈ ਫਰਕ ਪੈ ਗਿਆ ਸੀ। ਵੈਸੇ ਮੇਰੇ ਤੋਂ ਪਹਿਲਾਂ ਜਿੰਨੇ ਲੀਡਰ ਗਏ ਨੇ ਉਹਨਾਂ ਨੇ ਵੀ ਇਹੋ ਹੀ ਕਿਹਾ, ਤੇ ਮੇਰੇ ਮੂੰਹੋਂ ਵੀ ਅਚਾਨਕ ਲਫ਼ਜ਼ ਨਿਕਲਦੇ, ਮੈਂ ਉਹਨਾਂ ਦੇ ਨਾਲ ਨਹੀਂ ਹੈਗਾ ਜਿਹੜੇ ਲੀਡਰ ਪਹਿਲਾਂ ਗਏ ਨੇ। ਕੋਈ ਗਿਆ, ਕੋਈ ਆਇਆ, ਅਸੀਂ ਪਾਰਟੀ ਦਾ ਧਿਆਨ ਹੀ ਰੱਖਿਆ, ਪਾਰਟੀ ਨਾਲ ਹੀ ਜੁੜ ਕੇ ਰਹੇ ਹਾਂ। ਜਿਹੜੀਆਂ ਧੜੇਬੰਦੀਆਂ ਕ੍ਰੀਏਟ ਹੁੰਦੀਆਂ, ਇਹ ਵੀ ਇਹਨਾਂ ਨੇ ਆਪ ਕਰਵਾਈਆਂ। ਪਰ ਮੱਕੜ ਸਾਹਿਬ, ਬੀਜੇਪੀ ਦੇ ਵਿੱਚ ਹੀ ਕਿਉਂ, ਬੀਜੇਪੀ ਨੂੰ ਕਿਉਂ ਚੁਣਿਆ ਤੁਸੀਂ? ਪਾਰਟੀਆਂ ਤਾਂ ਹੋਰ ਵੀ ਕਈ ਨੇ ਪੰਜਾਬ ਦੇ ਵਿੱਚ। ਮੈਂ ਬ੍ਰਦਰ ਇੱਕ ਤਾਂ ਨੈਸ਼ਨਲ ਪਾਰਟੀ ਦੇ ਵਿੱਚ ਕੰਮ ਕਰਨਾ ਬਲੀਵ ਕਰਦਾ ਜੀ। ਦੂਸਰਾ, ਮੈਂ ਬਹੁਤ ਕਿਸਾਨਾਂ ਦੇ ਨਾਲ ਜੁੜ ਕੇ ਰਿਹਾ ਤੇ ਕਿਸਾਨਾਂ ਦੇ ਨਾਲ ਜੁੜ ਕੇ ਰਹਿਣਾ ਹੈ। ਮੇਰੇ ਮਨ 'ਚ ਇੱਕ ਸੀ ਕਿ ਜਿੱਦਣ ਮੋਦੀ ਸਾਹਿਬ ਜੇ ਦਾ ਫੈਸਲਾ ਸਾਡੇ ਹੱਕ 'ਚ ਕਰ ਦੇਣਗੇ, ਬਹੁਤ ਸਾਰੇ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਭਾਈ ਨਹੀਂ, ਜਿੱਦਣ ਇਹ ਫੈਸਲੇ ਵਾਪਸ ਹੋਣਗੇ, ਤਿੰਨੋਂ ਕਾਨੂੰਨ ਵਾਪਸ ਹੋਣਗੇ, ਅਸੀਂ ਉਦੋਂ ਤੁਹਾਡੇ 'ਚ ਵਾਪਸ ਆਵਾਂਗੇ।
ਮੱਕੜ ਸਾਹਿਬ 2022 ਦੀਆਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਸਾਰੇ ਲੀਡਰਾਂ ਨੂੰ ਤਕਰੀਬਨ ਇਹ ਚੀਜ਼ ਸਮਝ ਲੱਗ ਚੁੱਕੀ ਹੈ ਜੇ 2022 ਦਾ ਮੈਦਾਨ ਫਤਿਹ ਕਰਨਾ ਹੈ ਤਾਂ ਕਿਸਾਨਾਂ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਣਾ ਹੈ। ਤਾਂ ਲੱਗਦਾ ਹੈ ਕਿ ਬੀਜੇਪੀ ਦਾ ਨੂੰ ਕਿਸਾਨ ਹੁਣ ਸਪੋਰਟ ਕਰਨਗੇ, ਭਾਵੇਂ ਖੇਤੀ ਕਾਨੂੰਨ ਰੱਦ ਕਰਤੇ ਪਰ 700 ਕਿਸਾਨ ਉਹਦੇ ਵਿੱਚ ਸ਼ਹੀਦ ਹੋ ਗਏ, ਤਾਂ ਲੱਗਦਾ ਹੈ ਕਿ ਕਿਸਾਨ ਸਪੋਰਟ ਕਰਨਗੇ। ਵੇਖੋ 700 ਕਿਸਾਨ ਬਿਲਕੁਲ ਸ਼ਹੀਦ ਹੋਇਆ ਹੈ ਜੀ। ਅਸੀਂ ਪਹਿਲਾਂ ਤਾਂ ਉਹਨਾਂ ਨੂੰ ਹਰ ਵੇਲੇ ਸ਼ਰਧਾ ਦੇ ਫੁੱਲ ਭੇਟ ਕਰਾਂਗੇ, ਹਰ ਤਰ੍ਹਾਂ ਦਾ ਮਾਣ ਸਨਮਾਨ ਦਿਵਾਵਾਂਗੇ। ਜੀ। ਜਿਹੜੀ ਇਹ ਸੈਂਟਰ ਦੀ ਪਾਰਟੀ ਹੈ ਇਹਦੇ ਵਿੱਚ ਜਿਹੜੀਆਂ ਬਾਕੀ ਮੰਗਾਂ ਨੇ ਉਹ ਵੀ ਪੂਰੀਆਂ ਕਰਾਵਾਂਗੇ। ਪਹਿਲਾਂ ਇੱਕੋ ਹੀ ਮੰਗ ਸੀ ਕਿ ਤਿੰਨੋਂ ਕਾਨੂੰਨ ਵਾਪਸ ਲਵੋ, ਹੁਣ ਬਾਕੀ ਮੰਗਾਂ ਹੋਰ ਨੇ। ਅਸੀਂ ਸਪੋਰਟਰ ਰਵਾਂਗੇ ਕਿਸਾਨਾਂ ਦੇ ਤੇ ਕੜੀ ਰਵਾਂਗੇ ਸੈਂਟਰ ਸਰਕਾਰ ਦੀ ਤੇ ਕਿਸਾਨ ਦੀ। ਜੀ। ਸਾਡੇ ਵਾਸਤੇ ਬਹੁਤ ਵੱਡਾ ਇਸ਼ੂ ਹੈ ਪਰ ਨਾਰਮਲ ਹੋਇਆ। ਉਹਨਾਂ ਨੇ ਕਿਸਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਬੜਾ ਧਈਆ ਕੀਤਾ। ਸਾਡੇ ਤੋਂ ਪਹਿਲਾਂ ਕਈ ਵਾਰੀ ਅੜੀਅਲ ਤਰੀਕੇ ਬਣੇ ਸੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਵੇਲੇ, ਉਦੋਂ ਉਹਨਾਂ ਨੇ ਤਾਂ ਐਮਰਜੈਂਸੀ ਲਾਤੀ ਸੀ, ਸਾਨੂੰ ਇਹਨਾਂ ਤੇ ਵੀ ਸ਼ੱਕ ਸੀ। ਜੀ। ਪਰ ਲੇਕਿਨ ਉਹ ਸ਼ੱਕ ਦੂਰ ਹੋ ਗਏ ਜਿੱਦਣ ਉਹਨਾਂ ਨੇ क्षमा ਮੰਗ ਲਈ ਤੇ ਜਿੱਦਣ ਤਿੰਨੋਂ ਕਾਨੂੰਨ ਪਾਸ ਕਰ ਦਿੱਤੇ। ਮੰਗਾਂ ਤਾਂ ਨਾ ਖਤਮ ਹੋਈਆਂ ਅੱਜ ਤੱਕ ਜੀ ਮੁਲਾਜ਼ਮਾਂ ਦੀਆਂ, ਜੀ ਨਾ ਖਤਮ ਹੋਈਆਂ ਡਿਵੈਲਪਮੈਂਟ ਦੀਆਂ, ਨਾ ਖਤਮ ਹੋਈਆਂ ਕਿਸਾਨਾਂ ਦੀਆਂ ਤੇ ਨਾ ਕਦੀ ਹੋਣੀਆਂ ਹੈ। ਪਰ ਪਹਿਲ ਦੇ ਆਧਾਰ ਤੇ ਕਿਸਾਨੀ ਨੂੰ ਅਸੀਂ ਨਾਲ ਲਵਾਂਗੇ। ਮੱਕੜ ਸਾਹਿਬ ਤੁਸੀਂ ਮੰਨ ਰਹੇ ਹੋ ਕਿ 700 ਕਿਸਾਨ ਸ਼ਹੀਦ ਹੋ ਗਏ, ਪਰ ਸੈਂਟਰ ਦੇ ਵਾਲੇ ਤਾਂ ਮੰਨ ਹੀ ਨਹੀਂ ਰਹੇ। ਉਹ ਤਾਂ ਕਹਿ ਰਹੇ ਕਿ ਸਾਡੇ ਕੋਲੇ ਰਿਕਾਰਡ ਹੀ ਹੈ ਨਹੀਂ ਕਿ ਕੌਣ ਸ਼ਹੀਦ ਹੋਇਆ। ਕੋਈ ਨਹੀਂ, ਰਿਕਾਰਡ ਲੈ ਲੈਣਗੇ ਜੀ। ਮੈਂ ਤਾਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਇਹ 700 ਨੂੰ ਕੰਪਲਸੇਟ ਕਰਨਾ ਜ਼ਰੂਰੀ ਹੈ। ਜੀ। ਠੀਕ ਹੈ, ਕੋਈ ਵਾਧੂ ਘੱਟ ਹੋਏ, ਜੇ ਕੋਈ ਗੱਲ ਇਹਦੇ ਸਾਹਮਣੇ ਲਿਆਉਣ ਸੈਂਟਰ ਨੂੰ ਕੀ ਫਰਕ ਪੈਂਦਾ ਹੈ, ਜ਼ਰੂਰ ਕੰਪਲਸੇਟ ਕਰਾਵਾਂਗੇ, ਜ਼ਰੂਰ ਕਰਨਗੇ। ਮੱਕੜ ਸਾਹਿਬ, ਇੱਕ ਮਨਜਿੰਦਰ ਸਿੰਘ ਸਿਰਸਾ ਜਦੋਂ ਸ਼ਾਮਲ ਹੋਏ ਬੀਜੇਪੀ ਦੇ ਵਿੱਚ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਨੂੰ ਮਜਬੂਰੀ ਦੇ ਵਿੱਚ ਲੈ ਕੇ ਜਾਇਆ ਗਿਆ। ਉਹਨਾਂ ਦੀ ਆਪਸ਼ਨ ਰੱਖੀ ਗਈ ਸੀ ਉਹਦੇ ਅੱਗੇ ਸਿਰਫ ਜਾਂ ਜੇਲ੍ਹ ਤੇ ਜਾਂ ਬੀਜੇਪੀ। ਤੁਹਾਡੇ ਅੱਗੇ ਤਾਂ ਨਹੀਂ ਕੋਈ ਆਪਸ਼ਨ ਰੱਖੀ ਗਈ? ਤੁਹਾਡੀ ਤਾਂ ਨਹੀਂ ਕੋਈ ਮਜਬੂਰੀ? ਮੇਰੀ ਕੋਈ ਮਜਬੂਰੀ ਨਹੀਂ, ਮੇਰਾ ਕੋਈ ਤਲਕ ਵਾਸਤਾ ਨਹੀਂ ਇਸ ਗੱਲ ਦੇ ਨਾਲ। ਜਦੋਂ ਕੋਈ ਬੰਦਾ ਜਾਂਦਾ ਹੁੰਦਾ ਚਰਚਾ ਦੇ ਵਿਸ਼ੇ ਬਣਦੇ ਹੁੰਦੇ ਨੇ। ਜਿਹੜਾ ਪਾਰਟੀ ਦਾ ਲੀਡਰ ਹੁੰਦਾ ਹੈ ਜੀ, ਉਹਨੇ ਕਹਿਣਾ ਹੁੰਦਾ ਪਾਰਟੀ ਮਾੜੀ, ਅਸੀਂ ਤਾਂ ਪਾਰਟੀ ਨੂੰ ਵੀ ਮਾੜਾ ਨਹੀਂ ਕਹਿਣਾ। ਕੋਈ ਵਿਰੋਧਤਾ ਨਹੀਂ ਕਰਨੀ, ਡਟ ਕੇ ਕੰਮ ਕੀਤਾ ਸੀ, ਡਟ ਕੇ ਕੰਮ ਅਗਲੀ ਪਾਰਟੀ ਵਾਸਤੇ ਕਰਾਂਗੇ, ਦੇਸ਼ ਵਾਸਤੇ ਕਰਾਂਗੇ, ਪੰਜਾਬ ਵਾਸਤੇ ਕਰਾਂਗੇ। ਮੱਕੜ ਸਾਹਿਬ, ਕਿਹੜੇ ਮੁੱਦੇ ਲੱਗਦੇ ਆ ਜਿਹੜੇ ਤੁਹਾਨੂੰ ਕਿ ਪਿਛਲੀਆਂ ਸਰਕਾਰਾਂ ਹੱਲ ਨਹੀਂ ਕਰ ਪਾਈਆਂ ਤੇ ਤੁਹਾਡੇ ਮਾਈਂਡ 'ਚ ਕਿਹੜੇ ਆ ਕਿ ਇਸ ਵਾਰ ਜਿਹੜੇ ਨੇ ਉਹ ਹੱਲ ਹੋਣੇ ਚਾਹੀਦੇ ਨੇ? ਵੇਖੋ, ਪਹਿਲੀ ਗੱਲ ਤਾਂ ਜਿੰਨੇ ਕਿਸਾਨੀ ਦੇ ਮੁੱਦੇ ਨਾਰਮਲ ਹੋ ਜਾਣਗੇ ਉਨਾ ਚੰਗਾ ਹੋਏਗਾ। ਜੀ। ਦੂਸਰਾ, ਜਿਹੜੇ ਲੋਕ ਸ਼ਹੀਦ ਹੋਏ ਨੇ ਉਹਨਾਂ ਨੂੰ ਨੌਕਰੀਆਂ, ਪਰਿਵਾਰਾਂ ਦੇ ਜੀਅ ਨੂੰ ਤੇ ਕੰਪਲਸੇਟ ਫਾਈਨੈਂਸ਼ੀਅਲੀ। ਤੀਸਰਾ, ਜਿਹੜਾ 4.5 ਸਾਲ ਕੋਈ ਸਰਕਾਰਾਂ ਕੰਮ ਨਹੀਂ ਕਰਦੀਆਂ, ਇਹ ਵੀ ਐਮਐਲਏ ਤੇ ਮਿਨਿਸਟਰਾਂ ਦੀਆਂ ਗਲਤੀਆਂ ਨੇ। ਚੌਥੇ ਸਾਲ ਜਦੋਂ ਕੰਮ ਕਰਦੇ ਨੇ ਨਾ ਤਾਂ ਉਹਦੀ ਕੁਆਲਿਟੀ ਬਣਦੀ ਹੈ। ਵੇਖੋ ਹੁਣ ਕਿੱਦਾਂ ਦਾ ਮੌਸਮ ਸ਼ੁਰੂ ਹੋ ਗਿਆ। ਇਸ ਮੌਸਮ 'ਚ ਬਹੁਤ ਸਾਰੇ ਕੰਮਾਂ ਦੀ ਜਿਵੇਂ ਜਿਵੇਂ ਠੰਡ ਪੈਂਦੀ ਹੈ ਕੰਮ ਕਰਨ ਦੀ ਮਨਾਹੀ ਹੁੰਦੀ ਹੈ, ਪਰ ਲੇਕਿਨ ਇਹ ਇੱਕ ਫੈਸ਼ਨ ਚੱਲ ਪਿਆ। ਪਰ ਅਸੀਂ ਕਿੰਤੂ ਪਰੰਤੂ ਨਾਲੋਂ ਨਾਲ ਕਰਦੇ ਰਹੇ ਹਾਂ, ਨਾਲੋਂ ਨਾਲ ਕਰਦੇ ਰਵਾਂਗੇ। ਇਸੇ ਕੈਂਟ ਹਲਕੇ ਦੇ ਵਿੱਚ ਜਿੱਥੋਂ ਮੈਂ ਹੁਣ ਚੋਣ ਲੜਨੀ ਹੈ, ਇਸੇ ਕੈਂਟ ਹਲਕੇ ਦੇ ਵਿੱਚ ਜਦੋਂ ਸਰਦਾਰ ਪ੍ਰਗਟ ਸਿੰਘ ਹੁਣੀ ਸਾਡੀ ਪਾਰਟੀ 'ਚੋਂ ਚਲੇ ਗਏ ਸੀ ਤੇ ਮੈਂ 2 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲਿਆ ਕੇ ਉਹਨਾਂ ਨੂੰ ਸੰਗਤ ਦਰਸ਼ਨ ਕਰਾਏ ਸੀ। ਜੀ। ਹਰ ਪਿੰਡ ਦੇ ਵਿੱਚ ਖੁੱਲੀ ਗਰਾਂਡ, ਹਰ ਸੜਕ ਤੇ ਦਿਹਾੜੀ 'ਚ 6 ਇੱਥੇ ਹੁੰਦੇ ਸੀਗੇ ਸੜਕਾਂ ਬਣਾਉਣ ਵਾਲੀਆਂ ਮਸ਼ੀਨਾਂ, 6 ਦੀਆਂ 6 ਮੈਂ ਆ ਕੇ ਕੈਂਟ ਲਵਾਤੀਆਂ ਸੀ ਤੇ ਰੋਜ਼ 4-5 ਸੜਕਾਂ ਤਿਆਰ ਹੁੰਦੀਆਂ ਸੀ। ਇੰਨੀ ਸਪੀਡ ਨਾਲ ਕੰਮ ਕੀਤਾ ਸੀ। ਉਹ ਹੁਣ ਉਸ ਤੋਂ ਬਾਅਦ ਸਾਰਾ ਹੀ ਉੱਦਾਂ ਪਿਆ। ਉਹਦੇ ਵਾਸਤੇ ਅਸੀਂ ਬਹੁਤ ਜ਼ਿਆਦਾ ਕੰਮ ਕਰਾਂਗੇ ਤੇ ਲੋਕਾਂ ਦੇ ਮਨ ਨੂੰ ਜਿੱਤਾਂਗੇ। ਸਾਰੇ ਨਗਰਾਂ ਨੂੰ ਪਤਾ ਹੈ ਕਿ ਕਿਵੇਂ ਅਸੀਂ ਆਪਣਾ ਫੀਲਡ ਬਣਾਇਆ ਸੀ। ਆਇਆ ਉਦੋਂ ਵੀ ਮੈਂ ਬੜਾ ਲੇਟ ਸੀਗਾ ਕਿਉਂਕਿ ਮੇਰੇ ਕੋਲ ਕਪੂਰਥਲੇ ਦੀ ਜ਼ਿੰਮੇਵਾਰੀ ਸੀ ਜੀ, ਪਰ ਲੇਕਿਨ ਮੈਂ ਹੁਣ ਜ਼ਿੰਮੇਵਾਰੀ ਲੋਕਾਂ ਦਾ ਪਿਆਰ ਛੱਡਣਾ ਨਹੀਂ ਚਾਹੁੰਦਾ। ਇਸ ਕਰਕੇ ਕੈਂਟ ਦੇ ਜਿੰਨੇ ਕੰਮ ਨੇ ਉਹਨਾਂ ਨੂੰ ਕਰਵਾਵਾਂਗਾ ਤੇ ਜਿਹੜੇ ਪੰਜਾਬ ਦੇ ਮੁੱਦੇ ਨੇ, ਭਾਵੇਂ ਮੁਲਾਜ਼ਮਾਂ ਦੇ ਨੇ, ਭਾਵੇਂ ਟੀਚਰਾਂ ਦੇ ਨੇ, ਭਾਵੇਂ ਡਾਕਟਰਾਂ ਦੇ ਨੇ, ਭਾਵੇਂ ਕੋਈ ਚੀਜ਼ ਵੀ ਹੈ, ਜਿਵੇਂ ਜਿਵੇਂ ਮੁੱਦੇ ਸਾਹਮਣੇ ਆਣਗੇ ਉਵੇਂ। ਅੱਜ ਤਾਂ ਅਸੀਂ ਪਾਵਰਫੁਲ ਹੀ ਹੈ ਨਹੀਂ
ਜੀ ਨਾ ਸਾਡੀ ਸਰਕਾਰ ਕੋ ਪਾਵਰਫੁਲ ਸੀਗੀ। ਮੈਂ ਹਰੀ ਹੋਈ ਪਾਰਟੀ ਦੇ ਵਿੱਚ ਆਪ ਹਰਿਆ ਹੋਇਆ ਐਮਐਲਏ ਸੀ, ਪਰ ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਜਿਵੇਂ ਤੁਸੀਂ ਦੱਸਿਆ ਕਿ ਕੈਂਟ ਹਲਕੇ ਤੋਂ ਤੁਸੀਂ ਇਸ ਵਾਰ ਚੋਣ ਲੜੋਗੇ, ਪਾਰਟੀ ਨੇ ਅਨਾਉਂਸ ਪਾਰਟੀ ਹਾਂ, ਨੇ ਮੇਰੇ ਨਾਲ ਅੰਦਰੂਨੀ ਤੌਰ ਤੇ ਸਾਰੇ ਪਰਿਵਾਰ ਨੇ ਬਹਿ ਕੇ ਜੀ ਮੀਟਿੰਗ ਕਰ ਲਈ ਜੀ ਤੇ ਮੇਰੀ ਡਿਮਾਂਡ ਹੀ ਇਹੋ ਸੀ ਜੀ ਕਿ ਮੈਂ ਕੋਈ ਲਾਲਚੀ ਨਹੀਂ, ਜੀ ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਲੋਕਾਂ ਨਾਲ ਜੁੜਿਆ ਹੋਇਆ ਜਲੰਧਰ ਛਾਉਣੀ 'ਚ, ਜੀ ਮੈਂ ਉੱਥੇ ਹੀ ਸੇਵਾ ਕਰਨੀ ਹੈ ਜੀ। ਬਸ। ਮੱਕੜ ਸਾਹਿਬ, ਚੰਨੀ ਸਰਕਾਰ ਵੀ ਐਲਾਨ ਬੜੇ ਉਹਨਾਂ ਨੇ ਕੀਤੇ ਹੈ ਕਿ ਅਸੀਂ ਸਹੂਲਤਾਂ ਬਹੁਤ ਲੋਕਾਂ ਨੂੰ ਦੇਤੀਆਂ ਜੋ ਪਿਛਲੇ 4.5 ਸਾਲਾਂ ਦੇ ਵਿੱਚ ਕੈਪਟਨ ਸਰਕਾਰ ਨਹੀਂ ਦੇ ਸਕੀ। ਤੁਸੀਂ ਕਿਵੇਂ ਦੇਖਦੇ ਹੋ ਚੰਨੀ ਸਾਹਿਬ? ਦੇਖੋ, ਜਿਹੜਾ ਅਨਾਉਂਸ ਕਰਨਾ ਹੈ ਉਹ ਇੱਕ ਸੌਖੀ ਗੱਲ ਆ ਜੀ, ਜਿਹੜਾ ਇੰਪਲੀਮੈਂਟ ਕਰਾਣਾ ਹੈ ਉੱਥੋਂ ਪਤਾ ਲੱਗਣਾ ਹੈ ਜੀ, ਪਰ ਤੁਹਾਡੇ ਸਾਹਮਣੇ ਆ ਸਮਾਂ ਬੜਾ ਥੋੜਾ ਹੈ, ਇਹ ਇੰਪਲੀਮੈਂਟ ਨਹੀਂ ਸ਼ਾਇਦ ਹੋਣਗੇ। ਜਿੱਥੇ ਮਰਜ਼ੀ ਗ੍ਰਾਂਟ ਬੋਲ ਦਈਏ, ਜੇ ਕਰਾਣਗੇ ਤੇ ਉਹਨਾਂ ਦਾ ਧੰਨਵਾਦ, ਪਰ ਲੇਕਿਨ ਇਹ ਰਿਜ਼ਲਟ ਦਾ ਜੇ ਟੋਟਲ ਨਹੀਂ ਲੱਗਿਆ ਤੇ ਨਾ ਲੱਗਣਾ ਹੈ। ਇਹ ਆ ਵੀ ਮਿਹਨਤ ਬੜੀ ਕਰ ਰਹੇ ਨੇ, ਦੇਖੋ ਇਹਨਾਂ ਦਾ ਤਰੀਕਾ ਕੀ ਬਣਦਾ ਜੀ। ਹਾਲ ਹੀ ਦੇ ਵਿੱਚ ਕਾਂਗਰਸ ਨੇ ਸਿੱਧੂ ਮੂਸੇਵਾਲਾ ਨੂੰ ਸ਼ਾਮਲ ਕਰ ਲਿਆ ਆਪਣੀ ਪਾਰਟੀ ਦੇ ਵਿੱਚ। ਯੂਥ ਬੜਾ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੋਇਆ ਹੈ। ਕੀ ਲੱਗਦਾ ਹੈ ਕਿੰਨਾ ਕੁ ਵੱਡਾ ਅਸਰ ਜਿਹੜਾ ਪਏਗਾ, ਕਿੰਨੀਆਂ ਕੁ ਵੋਟਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਪੈ ਸਕਦਾ? ਮੈਂ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਜੀ। ਸਿੱਧੂ ਮੂਸੇਵਾਲ ਇੱਕ ਤਾਂ ਸਾਡੇ ਇਲਾਕੇ ਦੇ ਨਹੀਂ ਹੈਗੇ, ਕਿਸਾਨੀ ਦੇ ਵਿੱਚ ਉਹਨਾਂ ਦਾ ਨਾਂ ਜਾਗਿਆ, ਐਜ਼ ਏ ਗਾਇਕ ਉਹਨਾਂ ਦਾ ਨਾਂ ਜਾਗਿਆ ਜੀ। ਮੈਂ ਉਹਨਾਂ ਨੂੰ ਰਿਸਪੈਕਟ ਦਿੰਦਾ, ਪਰ ਲੇਕਿਨ ਵੋਟਾਂ ਇਦਾਂ ਕਨਵਰਟ ਨਹੀਂ ਹੁੰਦੀਆਂ। ਅਸੀਂ ਹੰਸਰਾਜ ਹੰਸ ਜੀ ਨੂੰ ਖੜਾ ਕੀਤਾ ਸੀ ਜੀ, 1 ਸਾਲ ਪੂਰਾ ਅਸੀਂ ਫੀਲਡ 'ਚ ਲੈ ਕੇ ਗਏ ਸੀ ਤੇ ਵੋਟਾਂ ਪੈਣ ਲੱਗੀਆਂ ਅਸੀਂ ਹਾਰ ਗਏ ਸੀ ਜੀ। ਸਾਡੇ ਕੋਲ ਐਗਜ਼ਾਮਪਲ ਹੈ ਜੀ। ਬੀਜੇਪੀ ਦਾ ਕੀ ਭਵਿੱਖ ਤੁਸੀਂ ਹੁਣ ਦੇਖਦੇ ਹੋ ਪੰਜਾਬ ਦੇ ਵਿੱਚ? ਬੀਜੇਪੀ ਪੰਜਾਬ ਦੇ ਵਿੱਚ ਜਦੋਂ ਆਪਣੀ ਸਰਕਾਰ ਬਣਾਏਗੀ, ਉਹ ਜਿਵੇਂ ਜੀ ਜੋ ਸੈਂਟਰ 'ਚ ਹੈਗਾ ਉਹਦੀ ਗ੍ਰਾਂਟ ਆਣੀ ਸੌਖੀ ਹੋ ਜਾਏਗੀ, ਉਹਦੇ ਲਈ ਕਿਸਾਨਾਂ ਨੂੰ ਸੁੱਖ ਹੋ ਜਾਏਗਾ। ਅੱਗੇ ਅਸੀਂ ਮੰਗ ਕੇ ਲੈਂਦੇ ਆ ਜਿਹੜੀਆਂ ਰਵਾਇਤੀ ਚੀਜ਼ਾਂ ਸਾਡੇ ਟੈਕਸ ਤੋਂ ਸਾਨੂੰ ਮਿਲਦੇ ਆ ਜਿਹੜੇ ਫੰਡ, ਉਹ ਸਾਰੇ ਫੰਡ ਸਾਨੂੰ ਸਿੱਧੇ ਤੌਰ ਤੇ, ਕਿਉਂਕਿ ਸੈਂਟਰ ਦਾ ਇੰਟਰਸਟ ਬਣ ਜਾਏਗਾ। ਕਈ ਵਾਰੀ ਮੈਂ ਦੇਖਿਆ ਕਿ ਜੇ ਕਾਂਗਰਸ ਦੀ ਸਰਕਾਰ ਉੱਪਰ ਹੁੰਦੀ ਸੀ, ਥੱਲੇ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾਂਦੀ ਸੀ, ਭਾਰਤੀ ਜਨਤਾ ਪਾਰਟੀ ਦੀ ਬਣ ਜਾਂਦੀ ਸੀ। ਇਹ ਕਲੈਸ਼ ਰਿਹਾ ਜੀ। ਹਮੇਸ਼ਾ ਆਪਣੀ ਪਾਰਟੀ ਨਾਲ ਸਾਰਿਆਂ ਨੂੰ ਪਿਆਰ ਹੁੰਦਾ। ਮੈਨੂੰ ਤਾਂ ਇਹ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਖੁਸ਼ਹਾਲ ਹੋਵੇਗਾ ਤੇ ਉਹਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਵੀ ਬੜਾ ਕੁਝ ਸਾਡੇ ਕੋਲ ਪਹੁੰਚੇਗਾ। ਜਦੋਂ ਇੱਕ ਜ਼ਿੰਮੇਵਾਰੀ, ਇੱਕ ਹੈੱਡ ਦੀ, ਪ੍ਰਾਈਮ ਮਿਨਿਸਟਰ ਦੀ ਜ਼ਿੰਮੇਵਾਰੀ, ਉਹਦੀ ਪਾਰਟੀ ਦੀ ਜ਼ਿੰਮੇਵਾਰੀ ਇੱਕ ਸਟੇਟ ਦੇ ਵਿੱਚ ਹੋਵੇ ਨਾਲ, ਤੇ ਨੈਚੁਰਲੀ ਜ਼ਿਆਦਾ ਗਰੋ ਕਰੇਗਾ। ਇਹ ਫਰਕ ਆ ਜੀ। ਅੱਗੇ ਅਸੀਂ ਅਲਾਇੰਸ ਦੀ ਸਰਕਾਰ ਚਲਾਉਂਦੇ ਸੀ, ਤੀਜੀ ਪਾਰਟੀ ਦਾ ਉੱਪਰ ਰਾਜ ਹੁੰਦਾ ਸੀ। ਹੁਣ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਮੋਦੀ ਸਾਹਿਬ ਦਾ ਰਾਜ ਰਿਹਾ, ਪਰ ਲੇਕਿਨ ਕਈ ਗੱਲਾਂ ਦੀ ਕਮੀ ਰਹਿੰਦੀ ਹੈ। ਜਦੋਂ ਆਪਣੀ ਸਰਕਾਰ ਹੋਵੇ ਫਿਰ ਉਹਦੇ ਨਾਲ ਬੜੀ ਗੱਲ ਬਣਦੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਅਲਾਇੰਸ ਦੀ ਸਰਕਾਰ ਸੀ, ਇਸ ਵਾਰ ਕੀ ਲੱਗਦਾ ਹੈ ਬੀਜੇਪੀ ਜਿਹੜੀ ਹੈ ਉਹ ਇਕੱਲੀ ਮੈਦਾਨ ਜਿੱਤ ਸਕਦੀ ਹੈ? ਜਿੱਤ ਸਕਦੀ, ਬੰਦਿਆਂ ਨਹੀਂ ਜਿੱਤਣਾ ਹੁੰਦਾ ਜੀ। ਕੋਈ ਕਿਸੇ ਹੋਰ ਨੇ ਤਾਂ ਨਹੀਂ ਜਿੱਤਣਾ ਹੁੰਦਾ। ਮੇਰਾ ਕੈਂਡੀਡੇਟ ਜਿਹੜੇ ਨੇ, ਦੇਖੋ ਹੁਣ ਕਿੱਦਾਂ ਦੇ ਸਾਹਮਣੇ ਆਉਂਦੇ ਨੇ, ਕਿੱਦਾਂ ਦੇ ਲੋਕ ਆਉਂਦੇ ਨੇ, ਪਰ ਮੈਨੂੰ ਉਮੀਦ ਹੈ ਮੋਦੀ ਸਾਹਿਬ ਦੇ ਕੱਦਵਾਰ ਇਹਨਾਂ ਨੂੰ ਕੈਂਡੀਡੇਟ ਮਿਲ ਜਾਣਗੇ। ਇਹ ਆਪਣੇ ਆਪ ਨੂੰ ਵਧਾਉਣਗੇ ਤੇ ਕਿਉਂਕਿ ਨਵੀਂ ਗੱਲ ਸ਼ੁਰੂ ਹੋਈ ਹੈ ਨਾ ਜੀ। ਪਹਿਲਾਂ 2 ਪਾਰਟੀਆਂ ਸੀ, 3 ਪਾਰਟੀਆਂ ਸੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਹੁਣ ਚੌਥੀ ਆਮ ਵੀ ਆ ਗਈ। ਹੁਣ ਅੱਗੇ ਸੀ ਸਾਡਾ ਅਲਾਇੰਸ, ਹੁਣ ਸਾਡਾ ਅਲਾਇੰਸ ਟੁੱਟ ਗਿਆ। ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਹੈ। ਆਮ ਆਦਮੀ ਪਾਰਟੀ ਵਾਅਦੇ ਨਹੀਂ ਕਰ ਰਹੀ, ਉਹ ਗਰੰਟੀਆਂ ਦੇ ਰਹੀ ਹੈ। ਉਹਨਾਂ ਦੀਆਂ ਗਰੰਟੀਆਂ ਨੂੰ ਕਿਵੇਂ ਦੇਖਦੇ ਹੋ? ਗਰੰਟੀ ਯਾਰ, ਗਰੰਟੀ ਤਾਂ ਹੀ ਹੈ ਜੇ ਕੁਝ ਬਣੇਗਾ ਉਹਨਾਂ ਦਾ ਜੀ। ਜੇ ਬਣੇਗਾ ਨਹੀਂ ਤੇ ਗਰੰਟੀ ਕਾਹਦੀ? ਅੱਜ ਮੇਰੀ ਜੇਬ 'ਚ ਪੈਸੇ ਹੀ ਹੈ ਨਹੀਂ ਭਾਈ ਸਾਹਿਬ, ਮੈਂ ਕਹਾਂ ਮੈਂ ਉਹ ਵੀ ਚੀਜ਼ ਲੈਣੀ ਹੈ, ਮੈਂ ਉਹ ਵੀ ਚੀਜ਼ ਦੇਣੀ ਹੈ, ਮੈਂ ਇਹ ਵੀ ਕਰਨਾ ਹੈ, ਠੁੰਡ ਗੋਪਾਲ ਹੋਏਗਾ? ਪਤਾ ਨਹੀਂ ਲੱਗਦਾ, ਕੁਝ ਵੀ ਨਹੀਂ ਹੋਏਗਾ ਜੀ। ਇਹ ਐਵੇਂ ਗੱਲਾਂ ਹੀ ਨੇ। ਮੇਰੀ ਗੱਲ ਸੁਣੋ ਜੀ, ਕੇਜਰੀਵਾਲ ਸਾਹਿਬ ਆਉਂਦੇ ਨੇ, ਜਿਵੇਂ ਇੱਕ ਵੱਡਾ ਅਫਸਰ ਆਉਂਦਾ ਹੈ ਉਸ ਤਰੀਕੇ ਨਾਲ ਆਉਂਦੇ ਨੇ, ਇੱਕ ਅੱਧਾ ਵਾਅਦਾ ਕਰਦੇ ਨੇ, ਚਲੇ ਜਾਂਦੇ ਨੇ। ਇਹ ਨਹੀਂ ਪਤਾ ਪੰਜਾਬ ਦੀ ਸਥਿਤੀ ਕਿੱਥੇ ਆ। ਤੇ ਦਿੱਲੀ ਵੇਖੋ, ਇੱਕ ਛੋਟੀ ਸਟੇਟ ਆ, ਇਹ ਇੱਕ ਵੱਡੀ ਸਟੇਟ ਆ। ਦਿੱਲੀ ਦੇ ਵਿੱਚ ਸਾਰਾ ਕੁਝ ਕੋਲ ਪਿਆ, ਸੈਂਟਰ ਨਾਲ ਆ, ਪਰ ਲੇਕਿਨ ਉੱਥੇ ਦਾ ਤੇ ਸਾਡੀ ਨੇਚਰ ਦਾ ਬਹੁਤ ਫਰਕ ਆ।
ਸਿਆਸਤ ਦੀ ਗੇਮ ਕਹਿੰਦੇ ਮੁੱਖ ਮੰਤਰੀ ਦੇ ਚਿਹਰੇ ਦੀ ਬੜੀ ਮਹੱਤਤਾ ਹੁੰਦੀ ਹੈ। ਹਾਂ, ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਤੁਸੀਂ ਇਸ ਸਮੇਂ ਕਿਹਨੂੰ ਪਸੰਦ ਕਰਦੇ ਹੋ ਬੀਜੇਪੀ ਦੇ ਵਿੱਚ? ਜੇਕਰ ਆਪਾਂ ਮੌਜੂਦਾ ਸਮੇਂ ਦੇ ਵਿੱਚ ਦੇਖੀਏ ਤਾਂ ਕੀ ਲੱਗਦਾ ਹੈ? ਅਜੇ ਨਹੀਂ, ਜੀ ਅਜੇ ਬੜੀ ਪਿੱਛੇ ਗੱਲ ਆ। ਜੀ ਕਿਹਨੂੰ ਲਿਆਨੇ ਆ, ਕੀ ਕਰਦੇ ਆ, ਇਹ ਪਾਲਿਸੀ ਸਾਹਮਣੇ ਆ ਜਾਣੀ ਹੈ। ਇਹ ਸਾਡਾ ਸਟੈਂਡਰਡ ਨਹੀਂ ਡਿਕਲੇਅਰ ਕਰਨਾ, ਜੀ ਇਹ ਪ੍ਰਾਈਮ ਮਿਨਿਸਟਰ ਦੀ ਟੀਮ ਦਾ ਸਟੈਂਡਰਡ ਆ। ਜੀ ਬਹੁਤ ਵਧੀਆ ਸਾਡੇ ਲੀਡਰ ਹੋਣਗੇ, ਜੀ ਓਨੈਸਟ ਹੋਣਗੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਸਰਬਜੀਤ ਸਿੰਘ ਮੱਕੜ ਜੀ ਨਾਲ ਅਸੀਂ ਗੱਲਬਾਤ ਕੀਤੀ। ਐਲਾਨ ਵੀ ਕਿਤੇ ਨਾ ਕਿਤੇ ਉਹਨਾਂ ਨੇ ਖੁੱਲ੍ਹੇ ਤੌਰ ਤੇ ਕਰ ਦਿੱਤਾ ਕਿ ਜਲੰਧਰ ਦੇ ਕੈਂਟ ਹਲਕੇ ਤੋਂ ਚੋਣ ਲੜਨ ਜਾ ਰਹੇ ਨੇ ਸਰਬਜੀਤ ਸਿੰਘ ਮੱਕੜ ਜੀ। ਤੇ ਇਸ ਵਾਰ ਲੋਕਾਂ ਦੀਆਂ ਜਿੰਨੀਆਂ ਮੁਸੀਬਤਾਂ, ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਜਿਹੜੇ ਪਾਰਟੀ ਦੇ ਲਈ ਜੋ ਕਦੇ ਵੀ ਪਿੱਛੇ ਨਹੀਂ ਹਟਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਗੱਲ ਕਰਾਂਗੇ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਧੰਨਵਾਦ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ। ਸਵਾਹ, ਕਰਜ਼ਾ ਮਾਫ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ, ਦਾਲ, ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ ਹੈ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।